3 ਤਰੀਕ ਨੂੰ ਕੀ ਤੁਸੀਂ ਮੁਹੂਰਤ ਕਰਾਇਆ ਹੈ ਵੀ ਤੁਸੀਂ 3 ਤਰੀਕ ਨੂੰ ਹੀ ਕਿਸਾਨਾਂ ਨੂੰ ਸੁਣਨਾ? ਕੀ ਤੁਹਾਡੇ ਕੋਲੇ ਦੇਸ਼ ਦੇ ਅੰਨਦਾਤੇ ਵਾਸਤੇ ਵੀ ਕੇਂਦਰ ਸਰਕਾਰ ਦੇ ਮੰਤਰੀਆਂ ਤੇ ਪ੍ਰਧਾਨ ਮੰਤਰੀ ਸਾਹਿਬ ਕੋਲੇ ਕੋਈ ਟਾਈਮ ਨਹੀਂ ਹੈਗਾ? ਸੋ ਅੱਜ ਇਉਂ ਲੱਗਦਾ ਕਿ ਸਰਕਾਰ ਆਪਣੀਆਂ ਚਾਲਾਂ ਚੱਲ ਰਹੀ ਹੈ। ਜੋਸ਼ ਦੇ ਅੱਗੇ ਦੇਸ਼ ਦੀ ਸਰਕਾਰ ਜਿਹੜੀ ਹੰਕਾਰ ਦੇ ਵਿੱਚ ਆ ਕੇ ਮੋਦੀ ਗਵਰਨਮੈਂਟ ਦੇ ਹੱਥ ਠੋਕਾ ਬਣੇ, ਖੱਟਰ ਗਵਰਨਮੈਂਟ ਦੇ ਹਰਿਆਣਾ ਪੁਲਿਸ ਵਾਲੇ ਜਿਹੜੇ ਕਹਿੰਦੇ ਸੀ ਕਿ ਅਸੀਂ ਪੰਜਾਬ ਦਾ ਬਾਰਡਰ ਨਹੀਂ ਟੱਪਣ ਦੇਣਾ, ਪਹਿਲੀ ਫਤਿਹ ਹੈਗੀ ਆ ਕਿਸਾਨ ਅੰਦੋਲਨ ਦੇ ਵਿੱਚ। ਜਿਹੜੇ ਕਿਸਾਨ ਜੇ ਆਪਣੇ ਘਰਾਂ ਦੇ ਵਿੱਚ ਬੈਠੇ, ਆਪਣੇ ਪਿੰਡਾਂ 'ਚ ਬੈਠੇ, ਉਹਨਾਂ ਨੂੰ ਮੋਟੀਵੇਟ ਕਰਕੇ ਹੋਰ ਦਿੱਲੀ ਦੇ ਬਾਰਡਰ ਸੀਲ ਕਰਨ ਵਾਸਤੇ ਤੋਰਿਆ ਜਾਵੇ। ਤੁਸੀਂ ਸ਼ਡਿਊਲ ਰੋਡ ਦੇ ਉੱਤੇ 20-20 ਫੁੱਟ ਡੂੰਘੇ ਟੋਏ ਪੁੱਟਦੇ ਹੋ, ਤੁਸੀਂ ਜੀਟੀ ਰੋਡ ਦੇ ਉੱਤੇ ਟੋਏ ਪੁੱਟਦੇ ਹੋ, ਤੁਸੀਂ ਜੀਟੀ ਰੋਡਾਂ ਦਾ ਨੁਕਸਾਨ ਕਰਦੇ ਹੋ। ਇਹ ਕਿਹੜੇ ਕਾਨੂੰਨ ਦੇ ਤਹਿਤ ਮੋਦੀ ਦੀ ਸਰਕਾਰ ਜਾਂ ਖੱਟਰ ਦੀ ਸਰਕਾਰ ਨੂੰ ਕਿਹੜੇ ਕਾਨੂੰਨ ਦੇ ਤਹਿਤ ਇਜਾਜ਼ਤ ਮਿਲੀ ਹੈ? ਕਈ ਮਹੀਨਿਆਂ ਤੋਂ ਜਿਹੜਾ ਕਿਸਾਨ ਅੰਦੋਲਨ ਹੈ ਹੁਣ ਆਪਣੀ ਚਰਮ ਸੀਮਾ ਤੇ ਪਹੁੰਚ ਗਿਆ, ਆਪਣੇ ਪ੍ਰਾਪਤੀ ਵਾਲੇ ਮੋੜ ਦੇ ਉੱਤੇ ਆ। ਉਹ ਕੰਮ ਜੋ ਕੇਂਦਰ ਸਰਕਾਰ ਨਹੀਂ ਕਰ ਸਕਦਾ ਸੀ, ਜਿਹੜੀ ਕਿ ਉਹਦੇ ਕੋਲੇ ਸੰਵਿਧਾਨਕ ਤਾਕਤ ਨਹੀਂ ਸੀ, ਖੇਤੀਬਾੜੀ ਦੇ ਉੱਤੇ ਕਾਨੂੰਨ ਬਣਾਉਣਾ ਜਾਂ ਖੇਤੀਬਾੜੀ ਜਿਣਸਾਂ ਦੇ ਮੰਡੀਕਰਨ ਨੂੰ ਲੈ ਕੇ ਕਾਨੂੰਨ, ਇਹ ਸੰਘੀ ਢਾਂਚਾ ਸੰਵਿਧਾਨ ਦੇ ਅੰਦਰ ਸੰਵਿਧਾਨਕ ਤਾਕਤ ਰਾਜ ਸਰਕਾਰਾਂ ਦੇ ਕੋਲੇ ਆ, ਰਾਜ ਦੀ ਅਸੈਂਬਲੀ ਦੇ ਕੋਲੇ ਆ, ਕੇਂਦਰ ਸਰਕਾਰ ਦੇ ਕੋਲੇ ਨਹੀਂ, ਲੋਕ ਸਭਾ ਦੇ ਕੋਲੇ ਨਹੀਂ। ਸੋ ਉਹ ਕਾਲੇ ਕਾਨੂੰਨਾਂ ਦੇ ਖਾਤਮੇ ਵਿਰੁੱਧ ਇਕੱਲਾ ਪੰਜਾਬ ਨਹੀਂ, ਹਰਿਆਣਾ, ਮੱਧ ਪ੍ਰਦੇਸ਼, ਦੂਜੀਆਂ ਨਾਲ ਲੱਗਦੀਆਂ ਸਟੇਟਾਂ ਦੇ ਕਿਸਾਨਾਂ ਨੇ ਬੜੀ ਵੱਡੀ ਪੱਧਰ ਤੇ ਸਾਥ ਤੇ ਸਪੋਰਟ। ਔਰ ਅਸੀਂ ਲੋਕ ਇਨਸਾਫ ਪਾਰਟੀ ਨੇ ਉਸੇ ਦਿਨ ਜਿੱਦਣ ਕਿਸਾਨ ਅੰਦੋਲਨ ਸ਼ੁਰੂ ਹੋਇਆ, ਉਸੇ ਦਿਨ ਤੋਂ ਕਿ ਜੋ ਕਿਸਾਨਾਂ ਦੀਆਂ 31 ਜਥੇਬੰਦੀਆਂ ਦੇ ਨੁਮਾਇੰਦੇ ਸੰਘਰਸ਼ ਕਮੇਟੀ ਦੇ ਰੂਪ ਦੇ ਵਿੱਚ ਜੋ ਐਲਾਨ ਕਰਦੇ ਆ, ਅਸੀਂ ਆਪਣੇ ਵੱਲੋਂ ਕੋਈ ਪ੍ਰੋਗਰਾਮ, ਅਸੀਂ ਸਮਰਪਿਤ ਹੈਗੀ ਆ ਲੋਕ ਇਨਸਾਫ ਪਾਰਟੀ ਕਿਸਾਨ ਸੰਘਰਸ਼ ਕਮੇਟੀ ਦੇ ਲਏ ਹੋਏ ਫੈਸਲਿਆਂ ਨੂੰ ਲਾਗੂ ਕਰਾਉਣ ਦੇ ਵਿੱਚ। ਸੋ ਅਸੀਂ ਜਿਹੜਾ 26 ਤੇ 27 ਤਰੀਕ ਦਾ ਸੀਗਾ ਪ੍ਰੋਗਰਾਮ, ਉਹਦੇ 'ਚ ਅਸੀਂ ਸਾਰੇ ਸਾਥੀ ਵੱਡੀ ਗਿਣਤੀ ਦੇ ਵਿੱਚ ਇੱਥੋਂ ਕੂਚ ਕਰਕੇ ਅਸੀਂ ਸ਼ੰਭੂ ਤੋਂ ਬੜੀਆਂ ਔਕੜਾਂ ਦਿੱਕਤਾਂ ਪੁਲਿਸ ਵੱਲੋਂ ਰਾਹ ਦੇ ਵਿੱਚ ਜਿਹੜੀਆਂ ਛੋਟੀਆਂ ਮੋਟੀਆਂ ਕੋਈ ਰੋਕਾਂ ਸੀਗੀਆਂ ਚੋਰ ਰਸਤਿਆਂ 'ਚ ਉਹਦੀ ਹੁੰਦੇ ਹੋਏ ਅਸੀਂ ਕਾਮਯਾਬ ਹੋਏ। ਚਾਹੇ ਪੁਲਿਸ ਨੇ 2-2 4-4 ਘੰਟੇ ਕਈ ਜਗ੍ਹਾ ਤੇ ਡਿਟੇਨ ਕਰਕੇ ਰੱਖਿਆ। ਮੈਂ ਪਹਿਲਾਂ ਕਹਿ ਕੇ ਹਟਿਆ ਕਿ ਸਾਡਾ ਆਪਣਾ ਕੋਈ ਪ੍ਰੋਗਰਾਮ ਨਹੀਂ, ਅਸੀਂ ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ ਦੇ ਉੱਤੇ ਉਹਨਾਂ ਦਾ ਪ੍ਰੋਗਰਾਮ ਦਿੱਲੀ ਪਹੁੰਚਣ ਦਾ, ਅਸੀਂ ਦਿੱਲੀ ਜਾਣ ਵਾਸਤੇ ਰਸਤੇ ਦੇ ਵਿੱਚ ਜਿਹੜੀਆਂ ਔਕੜਾਂ, ਰੁਕਾਵਟਾਂ, ਨਾਕੇ, ਉਹਨਾਂ ਨੂੰ ਤੋੜਦੇ ਹੋਏ, ਪਾਰ ਕਰਦੇ ਹੋਏ ਅਸੀਂ ਦਿੱਲੀ ਦੇ ਬਾਰਡਰ ਤੱਕ ਪਹੁੰਚਣ ਦੇ ਵਿੱਚ ਅਸੀਂ 2 ਦਿਨ ਰਾਤ ਲੇਟ ਨਾਈਟ ਵਾਪਸ ਆਏ ਆ। ਐਂਡ ਚਰਮ ਸੀਮਾ ਦੇ ਉੱਤੇ ਕਿਸਾਨ ਅੰਦੋਲਨ, ਜਿਹੜਾ ਕਿਸਾਨਾਂ ਦਾ ਜੋਸ਼ ਹੈ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ, ਉਹ ਜੋਸ਼ ਦੋਸਤੋ ਦੇਖਣ ਵਾਲਾ ਹੈ। ਉਸ ਜੋਸ਼ ਦੇ ਅੱਗੇ ਦੇਸ਼ ਦੀ ਸਰਕਾਰ ਜਿਹੜੀ ਹੰਕਾਰ ਦੇ ਵਿੱਚ ਆ ਕੇ ਮੋਦੀ ਗਵਰਨਮੈਂਟ ਦੇ ਹੱਥ ਠੋਕਾ ਬਣੇ, ਖੱਟਰ ਗਵਰਨਮੈਂਟ ਦੇ ਹਰਿਆਣਾ ਪੁਲਿਸ ਵਾਲੇ ਜਿਹੜੇ ਕਹਿੰਦੇ ਸੀ ਕਿ ਅਸੀਂ ਪੰਜਾਬ ਦਾ ਬਾਰਡਰ ਨਹੀਂ ਟੱਪਣ ਦੇਣਾ, ਪਹਿਲੀ ਫਤਿਹ ਹੈਗੀ ਆ ਕਿਸਾਨ ਅੰਦੋਲਨ ਦੇ ਵਿੱਚ ਸਾਡੇ ਸਤਿਕਾਰਯੋਗ ਕਿਸਾਨਾਂ ਦੀ। ਸੋ ਮੈਂ ਇਸ ਗੱਲ ਦੀ ਜਿੱਥੇ ਮਨ ਦੇ ਅੰਦਰ ਵੱਡੀ ਪ੍ਰਸੰਨਤਾ ਹੈ ਕਿ ਕਿਸਾਨ ਅੰਦੋਲਨ ਇਕਜੁੱਟਤਾ ਦੇ ਰਸਤੇ ਤੇ ਤੁਰਦੇ ਹੋਏ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ ਦਿੱਲੀ ਪਹੁੰਚ ਗਿਆ, ਦਿੱਲੀ ਦੀ ਸਰਹੱਦ ਤੇ ਪਹੁੰਚ ਗਿਆ। ਅੱਜ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ, ਉਹਦਾ ਪ੍ਰਭਾਵ ਮੱਧਮ ਕਰਨ ਵਾਸਤੇ, ਇੱਕ ਤਾਂ ਕੇਂਦਰ ਸਰਕਾਰ ਕਹਿੰਦੀ ਹੈ ਵੀ 3 ਤਰੀਕ ਦੀ ਮੀਟਿੰਗ, 3 ਤਰੀਕ ਨੂੰ ਕੀ ਤੁਸੀਂ ਮੁਹੂਰਤ ਕਰਾਇਆ ਹੈ ਵੀ ਤੁਸੀਂ 3 ਤਰੀਕ ਨੂੰ ਹੀ ਕਿਸਾਨਾਂ ਨੂੰ ਸੁਣਨਾ? ਕੀ ਤੁਹਾਡੇ ਕੋਲੇ ਦੇਸ਼ ਦੇ ਅੰਨਦਾਤੇ ਵਾਸਤੇ ਵੀ ਕੇਂਦਰ ਸਰਕਾਰ ਦੇ ਮੰਤਰੀਆਂ ਤੇ ਪ੍ਰਧਾਨ ਮੰਤਰੀ ਸਾਹਿਬ ਕੋਲੇ ਕੋਈ ਟਾਈਮ ਨਹੀਂ ਹੈਗਾ? 3 ਤਰੀਕ ਦੇ ਮਤਲਬ ਤੋਂ ਲੱਗਦਾ ਕਿ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਪਹਿਲੀ ਚਾਲ ਹੈਗੀ ਹੈ। ਤੇ ਦੂਸਰਾ ਕਹਿ ਰਿਹਾ, ਪਹਿਲਾਂ ਤਾਂ ਰਾਮਲੀਲਾ ਗਰਾਊਂਡ ਦੀ ਸੀਗੀ ਇਕੱਠ ਕਰਨ ਦੀ, ਫਿਰ ਸਰਕਾਰ ਦੀ ਜਦੋਂ ਬੇਵਸੀ ਜਿਹੜੀ ਸੀਗੀ ਸਰਕਾਰ ਦੀ ਹੋ ਗਈ ਕਿ ਇਹ ਤਾਂ ਸਾਰੀਆਂ ਔਕੜਾਂ ਦਿੱਕਤਾਂ ਨਾਕੇ ਤੋੜਦੇ ਹੋਏ ਦਿੱਲੀ ਆ ਢੁਕੇ, ਤੇ ਫਿਰ ਆ ਗਿਆ ਨਿਰੰਕਾਰੀ ਮੈਦਾਨ। ਸੋ ਅੱਜ ਇਉਂ ਲੱਗਦਾ ਕਿ ਸਰਕਾਰ ਆਪਣੀਆਂ ਚਾਲਾਂ ਚੱਲ ਰਹੀ ਹੈ। ਇਉਂ ਲੱਗਦਾ ਕਿ ਸਰਕਾਰ ਇਸ ਅੰਦੋਲਨ ਨੂੰ
ਮੱਧਮ ਕਰਨ ਵਾਸਤੇ, ਕਮਜ਼ੋਰ ਕਰਨ ਵਾਸਤੇ। ਇਹ ਵੀ ਇੱਕ ਕੜੀ ਹੈਗੀ ਆ ਕਿ ਲਓ ਕਿਸਾਨਾਂ ਨੂੰ ਅਸੀਂ ਟੋਲ ਧਰਨਿਆਂ ਤੋਂ ਵੀ ਹਟਾ ਲਿਆ, ਕਿਸਾਨਾਂ ਨੂੰ ਅਸੀਂ ਸੜਕਾਂ ਤੋਂ ਵੀ ਹਟਾ ਲਿਆ, ਰੇਲ ਗੱਡੀਆਂ ਅਸੀਂ ਪਹਿਲਾਂ ਚਲਾ ਲਈਆਂ, ਤੇ ਹੁਣ ਕਿਸਾਨਾਂ ਨੂੰ ਲਿਜਾ ਕੇ ਨਿਰੰਕਾਰੀ ਮੈਦਾਨ ਦੇ ਵਿੱਚ ਬਾੜ ਦਿਓ, ਉੱਥੇ ਪਏ 2-4-6 ਮਹੀਨੇ ਬੈਠ ਬੂਠ ਕੇ ਵਾਪਸ ਆ ਜਾਣਗੇ। ਸੋ ਅੱਜ ਜਿਹੜਾ ਪ੍ਰਭਾਵ ਕਿਸਾਨ ਅੰਦੋਲਨ ਦਾ ਅਸੀਂ ਅੱਖੀਂ ਡਿੱਠਾ ਦੇਖ ਕੇ ਆਏ ਆ। ਅੱਜ ਜ਼ਰੂਰਤ ਹੈਗੀ ਆ ਕਿਸਾਨ ਜਥੇਬੰਦੀਆਂ ਦੇ ਸਤਿਕਾਰਯੋਗ ਆਗੂਆਂ ਨੇ, ਜਿਨ੍ਹਾਂ ਨੇ ਬੜੀ ਸੂਝਵਾਨਤਾ ਤੇ ਵਿਦਵਤਾ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਅੰਦੋਲਨ ਨੂੰ ਹੈਂਡਲ ਕੀਤਾ। ਅੱਜ ਬਹੁਤ ਵੱਡੀ ਸਿਆਣਪ ਵਰਤਣ ਦੀ ਜ਼ਰੂਰਤ ਹੈ। ਜਿਵੇਂ ਬਾਰਡਰਸ ਘੇਰੇ ਆ ਨਾ ਦਿੱਲੀ ਦੇ, ਤੇ ਉਹ ਦਿਨ ਦੂਰ ਨਹੀਂ ਜਦੋਂ ਕੇਂਦਰ ਸਰਕਾਰ ਸੰਵਿਧਾਨਕ ਕਤਲ ਕਰਕੇ ਬਣਾਏ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਉਹਨਾਂ ਦੀ ਮਜਬੂਰੀ ਬਣ ਜਾਣਾ। ਜੇ ਅਸੀਂ ਸੜਕਾਂ ਤੋਂ ਜਿਹੜਾ ਦਿੱਲੀ ਦੇ ਬਾਰਡਰ ਸੀਲ ਹੋਏ ਆ, ਕਿਸਾਨ ਆਗੂਆਂ ਨੇ ਤੇ ਕਿਸਾਨਾਂ ਨੇ, ਪੰਜਾਬ ਤੇ ਹਰਿਆਣੇ ਦੇ ਲੋਕਾਂ ਨੇ ਜਾਂ ਦੂਜੀਆਂ ਸਟੇਟਾਂ ਤੋਂ ਆਏ ਕਿਸਾਨਾਂ ਨੇ ਇਹ ਸੀਲ ਕੀਤੇ, ਜੇ ਅਸੀਂ ਉਹ ਖੋਲ ਦਿੱਤੇ ਤੇ ਇਉਂ ਲੱਗਦਾ ਕਿ ਇਹ ਕੰਮ ਮੱਧਮ ਵੀ ਹੋ ਜਾਣਾ ਤੇ ਕੇਂਦਰ ਸਰਕਾਰ ਨੇ ਆਪਣੀ ਚਾਲ ਦੇ ਵਿੱਚ ਦੋਸਤੋ ਕਾਮਯਾਬ ਵੀ ਹੋ ਜਾਣਾ। ਅਸੀਂ ਅੱਜ ਇਸੇ ਗੱਲ ਦੀ ਬੜੀ ਬਰੀਕੀ ਦੇ ਨਾਲ ਡਿਸਕਸ਼ਨ ਕੀਤੀ ਆ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਸਾਰੇ ਅਹੁਦੇਦਾਰਾਂ ਨੂੰ ਅਸੀਂ ਟੈਲੀਫੋਨ ਲਾਇਆ ਕਿ ਆਪੋ ਆਪਣੇ ਜ਼ਿਲ੍ਹੇ ਦੇ ਅੰਦਰ ਪੈਂਦੇ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਮੋਟੀਵੇਟ ਕਰੋ। ਅਸੀਂ ਅੱਜ ਤੋਂ ਇਹ ਡਰਾਈਵ ਸਟਾਰਟ ਕੀਤੀ ਹੈ ਕਿ ਜਿਹੜੇ ਕਿਸਾਨ ਹਜੇ ਆਪਣੇ ਘਰਾਂ ਦੇ ਵਿੱਚ ਬੈਠੇ, ਆਪਣੇ ਪਿੰਡਾਂ 'ਚ ਬੈਠੇ, ਉਹਨਾਂ ਨੂੰ ਮੋਟੀਵੇਟ ਕਰਕੇ ਹੋਰ ਦਿੱਲੀ ਦੇ ਬਾਰਡਰ ਸੀਲ ਕਰਨ ਵਾਸਤੇ ਤੋਰਿਆ ਜਾਵੇ। ਤੇ ਦੂਸਰਾ ਨੰਬਰ ਜਿਹੜੀ ਫੂਡ ਸਪਲਾਈ ਚੇਨ ਹੈਗੀ ਆ, ਤਾਂ ਕਿ ਉੱਥੇ ਮੈਨੂੰ ਪਤਾ ਹੈ ਕਿ ਸਾਡੇ ਸਮਰੱਥ ਕਿਸਾਨ ਇੱਥੋਂ 6-6 ਮਹੀਨੇ ਦਾ ਰਾਸ਼ਨ ਲੈ ਕੇ ਤੁਰੇ ਹੋਏ ਆ, ਕਿਸੇ ਚੀਜ਼ ਦੀ ਗੁਰੂ ਕਿਰਪਾ ਕਰੇ ਨਹੀਂ ਜ਼ਰੂਰਤ, ਪਰ ਫਿਰ ਵੀ ਤਾਂ ਕਿ ਕਿਸੇ ਵੀ ਕੀਮਤ ਦੇ ਉੱਤੇ ਇਹ ਅੰਦੋਲਨ ਕਿਸੇ ਗੱਲੋਂ ਕਮਜ਼ੋਰ ਨਾ ਪੈਂਦਾ ਦਿਖੇ। ਸੋ ਅਸੀਂ ਦੂਸਰਾ ਜਿਹੜੀ ਫੂਡ ਸਪਲਾਈ ਚੇਨ, ਤੇ ਤੀਸਰਾ ਜਿਹੜਾ ਸਭ ਤੋਂ ਅਤਿਅੰਤ ਗੰਭੀਰ ਇਸ਼ੂ ਹੈਗਾ ਜਿਹਨੂੰ ਲੈ ਕੇ ਅੱਜ ਪ੍ਰੈਸ ਦੇ ਇੱਕ ਹਿੱਸੇ ਦੇ ਵਿੱਚ ਖਬਰਾਂ ਵੀ ਛਪੀਆਂ ਨੇ ਦੋਸਤੋ। ਸ਼ਡਿਊਲ ਰੋਡ, GT ਰੋਡ, ਨੈਸ਼ਨਲ ਹਾਈਵੇ, ਇਹ ਗੈਰ ਜ਼ਮਾਨਤੀ ਧਾਰਾਵਾਂ ਦੇ ਤਹਿਤ ਜੇ ਕੋਈ ਰੁਕਾਵਟ ਪਾਉਣ ਦਾ ਯਤਨ ਕਰੇ ਤੇ FIR ਦਰਜ ਹੁੰਦੀ ਆ ਫੌਜਦਾਰੀ ਧਾਰਾਵਾਂ ਦੇ ਤਹਿਤ। ਤੇ ਅੱਜ ਕਿਹੜੀ ਸਾਡੀ ਦੁਸ਼ਮਣ ਦੇਸ਼ ਦੀ ਕੋਈ ਫੌਜ ਆ ਰਹੀ ਸੀ, ਤੁਸੀਂ ਸ਼ਡਿਊਲ ਰੋਡ ਦੇ ਉੱਤੇ 20-20 ਫੁੱਟ ਡੂੰਘੇ ਟੋਏ ਪੁੱਟਦੇ ਹੋ, ਤੁਸੀਂ GT ਰੋਡ ਦੇ ਉੱਤੇ ਟੋਏ ਪੁੱਟਦੇ ਹੋ, ਤੁਸੀਂ GT ਰੋਡਾਂ ਦਾ ਨੁਕਸਾਨ ਕਰਦੇ ਹੋ। ਇਹ ਕਿਹੜੇ ਕਾਨੂੰਨ ਦੇ ਤਹਿਤ ਮੋਦੀ ਦੀ ਸਰਕਾਰ ਜਾਂ ਖੱਟਰ ਦੀ ਸਰਕਾਰ ਨੂੰ ਕਿਹੜੇ ਕਾਨੂੰਨ ਦੇ ਤਹਿਤ ਇਜਾਜ਼ਤ ਮਿਲੀ ਹੈ? ਕੀ ਦੇਸ਼ ਦਾ ਕਿਸਾਨ, ਕੀ ਪੰਜਾਬ ਤੋਂ ਗਏ ਹੋਏ ਲੋਕ ਇਸ ਦੇਸ਼ ਦਾ ਹਿੱਸਾ ਨਹੀਂ? ਇਸ ਦੇਸ਼ ਦੇ ਅੰਦਰ ਜਿੰਨਾ ਮੋਦੀ ਸਰਕਾਰ ਦਾ, ਮੋਦੀ ਦੀ ਪਾਰਟੀ ਦਾ, ਉਨਾ ਹੀ ਪੰਜਾਬ ਦੇ ਲੋਕਾਂ ਦਾ ਵੀ ਹੱਕ ਤੇ ਅਧਿਕਾਰ ਹੈਗਾ। ਸੋ ਅਸੀਂ ਜਿਹੜੇ ਹੱਥ ਛੋਕਾ ਬਣੇ ਅਫਸਰਾਂ ਨੇ ਸ਼ਡਿਊਲ ਰੋਡਾਂ ਦੇ ਉੱਤੇ, GT ਰੋਡ ਦੇ ਉੱਤੇ, ਨੈਸ਼ਨਲ ਹਾਈਵੇ ਦੇ ਉੱਤੇ ਟੋਏ ਪੱਟੇ ਆ, ਜਿਨ੍ਹਾਂ ਨੇ ਵੱਡੇ ਵੱਡੇ ਬੰਕਰ ਮਿੱਟੀ ਦੇ ਬਣਾ ਕੇ ਰੋਕਾਂ ਲਾਈਆਂ ਨੇ, ਉਹਨਾਂ ਦੇ ਵਿਰੁੱਧ ਕਾਰਵਾਈ ਵਾਸਤੇ ਵੀ ਅਸੀਂ ਜ਼ਰੂਰ ਜਾਣਾ ਪਿਆ ਤੇ ਅਸੀਂ ਹਾਈ ਕੋਰਟ ਵੀ ਜਾਵਾਂਗੇ, ਤਾਂ ਜੋ ਜਿਹੜਾ ਦੇਸ਼ ਦੇ ਅੰਦਰ ਦੂਜੇ ਦਰਜੇ ਦਾ ਸ਼ਹਿਰੀ ਦੂਸਰੇ ਤਰੀਕੇ ਦੇ ਨਾਲ, ਦੂਸਰੀ ਨਿਗਾਹ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਦੇਖਣਾ, ਇਹ ਬੜਾ ਸ਼ਰਮਨਾਕ ਵਰਤਾਰਾ, ਬੜਾ ਘਟੀਆ ਕਿਸਮ ਦਾ ਸਰਕਾਰਾਂ ਦਾ ਰੋਲ ਤੇ ਹੱਥਕੰਡਾ ਹੈ। ਬੈਂਸ ਸਾਹਿਬ, ਕੇਜਰੀਵਾਲ ਦੇ ਫੈਸਲੇ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਕਿਉਂਕਿ ਉਹਨਾਂ ਨੇ ਜਿਹੜੀਆਂ ਆਰਜੀ ਤੌਰ ਤੇ ਜੇਲ੍ਹਾਂ ਬਣਾਉਣ ਦੀ ਗੱਲ ਕੀਤੀ ਸੀ ਕੇਂਦਰ ਸਰਕਾਰ ਵੱਲੋਂ, ਉਹਨਾਂ ਨੇ ਮਨਾ ਕਰਤਾ। ਦੇਖੋ, ਕੇਜਰੀਵਾਲ ਸਾਹਿਬ ਦਾ ਚਿਹਰਾ ਜਿਹੜਾ ਸੀ ਉਹ ਬੇਨਕਾਬ ਸਪਸ਼ਟ ਹੈਗਾ। ਪੰਜਾਬ ਦੀ ਲੀਡਰਸ਼ਿਪ ਕੋਸ਼ਿਸ਼ ਕਰ ਰਹੀ ਹੈ ਤੇ ਕੇਜਰੀਵਾਲ ਸਾਹਿਬ ਦਾ ਜਿਹੜਾ ਉਹਨਾਂ ਦੀ ਪਾਲਿਸੀ ਪ੍ਰੋਗਰਾਮ ਦਿੱਲੀ ਦੀ ਸਰਕਾਰ ਦਾ ਅਲੱਗ ਆ। ਉਹਨਾਂ ਨੇ ਤਾਂ ਪਹਿਲਾਂ ਹੀ ਕਿਹਾ ਸੀ ਕਿ ਦਿੱਲੀ ਦੇ ਅੰਦਰ ਜਿਹੜੀ ਵੜੋ ਨਾ, ਮੈਂ ਕਿਸੇ ਨੂੰ ਵੜਨ ਨਹੀਂ ਦੇਣਾ, ਕਰੋਨਾ ਦਾ ਬਹਾਨਾ ਬਿਮਾਰੀ ਦਾ ਲਾ ਕੇ। ਸੋ ਪੰਜਾਬ ਦੀ ਉਹ ਲੀਡਰਸ਼ਿਪ ਜਿਹੜੀ ਕਹਿੰਦੀ ਆ ਕਿ ਅਸੀਂ ਕਿਸਾਨ ਹਿੱਤੂ ਆ, ਉਹ MLA ਸਾਹਿਬਾਨ ਜਾ ਕੇ ਮੋਦੀ ਦੀ ਕੋਠੀ 7 MLA ਜਾਂ 8 MLA, ਇਹ ਰਾਜਨੀਤੀ ਕੁਝ ਹੀ ਅਤਿਅੰਤ ਘਟੀਆ ਕਿਸਮ ਦੀ ਰਾਜਨੀਤੀ। ਕਿਸਾਨਾਂ ਦਾ ਤਾਂ ਪ੍ਰੋਗਰਾਮ ਹੀ ਨਹੀਂਗਾ ਗ੍ਰਿਫਤਾਰੀਆਂ ਦੇਣ ਦਾ, ਕਿਸਾਨਾਂ ਦਾ ਪ੍ਰੋਗਰਾਮ ਹੀ ਨਹੀਂਗਾ ਮੋਦੀ ਦੀ ਕੋਠੀ ਘੇਰਨ ਦਾ। ਮੈਨੂੰ ਦੱਸ ਦਿਓ ਜੇ ਕਿਸੇ ਕਿਸਾਨ ਜਥੇਬੰਦੀ ਨੇ ਕਿਸੇ ਲੀਡਰ ਨੂੰ ਕਿਹਾ ਹੋਵੇ ਜਾ ਕੇ ਤੁਸੀਂ ਦਿੱਲੀ 'ਚ ਗ੍ਰਿਫਤਾਰੀਆਂ ਦੇ ਦਿਓ ਜਾਂ ਮੋਦੀ ਦੀ ਕੋਠੀ ਘੇਰਨ ਜਾਂਦੇ ਹੋ, ਨਟੰਕੀ ਤੇ ਡਰਾਮਾ, ਸਿਰਫ ਪੋਲੀਟੀਕਲ ਮਾਈਲੇਜ ਅਖਬਾਰਾਂ ਤੇ ਮੀਡੀਆ ਦੇ ਵਿੱਚ ਆਪਣੀ ਵੀਡੀਓ ਤੇ ਫੋਟੋ ਛਪਾਉਣ ਵਾਸਤੇ ਤੁਸੀਂ ਤੁਰ ਪਓ, ਕਿਹੜੀ ਕਿਸਾਨ ਜਥੇਬੰਦੀ ਨੇ ਕਿਹਾ? ਮੈਂ ਫੇਰ ਕਹੂੰਗਾ ਕਿ ਜੋ ਫੈਸਲਾ ਕਿਸਾਨ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਕਰੂਗੀ, ਅਸੀਂ ਉਸ ਫੈਸਲੇ ਅਨੁਸਾਰ ਚੱਲਣਾ। ਸਾਡਾ ਆਪਣਾ ਕੋਈ ਇਹਦੇ 'ਚ ਪ੍ਰੋਗਰਾਮ ਨਹੀਂਗਾ। ਸਾਡੀ ਸਾਰਗ
ਜਿਹੜੀ ਸਾਡੀ ਇਕਨੋਮੀ ਖੇਤੀ ਆ, ਐਗਰੀਕਲਚਰ ਆ, ਅਸੀਂ ਕਿਸਾਨ ਤੇ ਖੇਤੀ ਨੂੰ ਬਚਾਉਣ ਵਾਸਤੇ ਤੁਰੇ ਆ ਤੇ ਭਵਿੱਖ ਦੇ ਵਿੱਚ ਤੁਰਦੇ ਰਹਾਂਗੇ। ਕੇਜਰੀਵਾਲ ਦੀ ਪਾਰਟੀ, ਕੇਜਰੀਵਾਲ ਸਾਹਿਬ ਦਾ ਜਿਹੜਾ ਚਿਹਰਾ ਉਹ ਬੇਨਕਾਬ ਆ, ਉਹਨਾਂ ਦੀ ਇਮਾਨਦਾਰੀ ਦਿੱਲੀ ਵਾਸਤੇ ਆ, ਪੰਜਾਬ ਜਾਂ ਕਿਸਾਨ ਵਾਸਤੇ ਨਹੀਂ। ਬੈਂਸ ਨਿਰੰਕਾਰੀ ਜਿਹੜੀ ਜਗ੍ਹਾ ਦਿੱਤੀ ਗਈ ਹੈ, ਤੁਹਾਨੂੰ ਲੱਗਦਾ ਕਿਸਾਨਾਂ ਨੂੰ ਉੱਥੇ ਜਾ ਕੇ ਬਹਿਣਾ ਚਾਹੀਦਾ? ਤੁਸੀਂ ਕੀ ਸਲਾਹ ਦਿਓਗੇ ਤੁਹਾਡੇ? ਕਦੇ ਵੀ ਨਹੀਂ। ਮੈਂ ਪਹਿਲਾਂ ਕਹਿ ਕੇ ਹਟਿਆ ਕਿ ਕਿਸਾਨ ਲੀਡਰ ਜਿਹੜੇ ਬੜੀ ਸੂਝਵਾਨਤਾ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਇਹ ਅੰਦੋਲਨ ਚਲਾ ਰਹੇ ਆ, ਸਾਡੀ ਉਹਨਾਂ ਨੂੰ ਅਪੀਲ ਆ, ਸੁਜੈਸ਼ਨ ਆ ਕਿ ਇਹ ਸਰਕਾਰ ਦਾ ਇੱਕ ਰੂਟ ਹੈਗਾ ਤੁਹਾਡੇ ਇਸ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ। ਤੁਸੀਂ ਨਿਰੰਕਾਰੀ ਗਰਾਊਂਡ 'ਚ ਚਲੇ ਗਏ, ਸਰਕਾਰ ਨੂੰ ਹੋਰ ਕੀ ਚਾਹੀਦਾ? ਸਰਕਾਰ ਨੇ ਟੋਲ ਪਲਾਜ਼ੇ ਵੀ ਖਾਲੀ ਕਰਾ ਲਏ, ਸੜਕਾਂ ਵੀ ਖਾਲੀ ਕਰਾ ਲਈਆਂ, ਰੇਲਵੇ ਟਰੈਕ ਵੀ ਖਾਲੀ ਕਰਾ ਲਏ। ਤੁਸੀਂ ਉੱਥੇ ਜਿਹੜਾ ਹਜ਼ਾਰਾਂ ਏਕੜ ਦਾ ਮੈਦਾਨ ਹੈਗਾ, ਤੁਸੀਂ ਉਹਦੇ 'ਚ ਬੈਠ ਜਾਓ। ਅੰਨਾ ਕੀ ਭਾਲੇ ਦੋ ਅੱਖਾਂ। ਸਰਕਾਰ ਨੂੰ ਤਾਂ ਉਹਨਾਂ ਦੇ ਜਿਹੜੇ ਮਨ ਦੇ ਅੰਦਰ ਸੀਕ੍ਰੇਟ ਪ੍ਰੋਗਰਾਮ ਆ, ਉਹ ਆਪਾਂ ਖੁਦ ਅਮਲੀ ਜਮਾ ਬਣਾ ਦਾਂਗੇ। ਸੋ ਕਿਸਾਨ ਜਿਹੜੇ ਜਥੇਬੰਦਕ ਤੌਰ ਤੇ ਉਹਨਾਂ ਦੇ ਲੀਡਰਸ ਆ, ਉਹਨਾਂ ਨੂੰ ਅਪੀਲ ਆ ਵੀ ਦਿੱਲੀ ਦੇ ਬਾਰਡਰ, ਜਿਹੜੇ ਨੈਸ਼ਨਲ ਹਾਈਵੇ ਦਿੱਲੀ ਨੂੰ ਜਾਂਦੀਆਂ ਸੜਕਾਂ ਤੇ ਰਾਹ ਸੀਲ ਕੀਤੇ ਆ, ਇਹੀ ਹੱਲ ਹੈਗਾ। ਇਸੇ ਕਰਕੇ ਹੀ ਮੋਦੀ ਦੀ ਸਰਕਾਰ ਨੂੰ ਇਹ ਕਾਲਾ ਕਾਨੂੰਨ ਰੱਦ ਕਰਨ ਲਈ ਆਪਾਂ ਮਜਬੂਰ ਕਰ ਸਕਦੇ ਹਾਂ, ਹੋਰ ਕੋਈ ਰਸਤਾ ਨਹੀਂ। ਵੀਡੀਓ ਵੀ ਵਾਇਰਲ ਹੋ ਰਹੀ ਹੈ ਬਾਰਡਰ ਤੇ ਜਦੋਂ ਤੁਸੀਂ ਉੱਥੇ ਰਾਤ ਗੱਲ ਕਰ ਰਹੇ ਸੀ ਕਿਸਾਨਾਂ ਉਹਨਾਂ ਨਾਲ, ਉੱਥੋਂ ਦੀ ਫੌਜ ਦੇ ਬੰਦਿਆਂ ਨਾਲ ਜਾਂ ਪੁਲਿਸ ਵਾਲਿਆਂ ਨਾਲ, ਉੱਥੇ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲੱਗੇ। ਕੱਲੇ ਦੋਸਤ ਉੱਥੇ ਨਹੀਂ, ਕਣਕ 'ਚ ਕਾਂਗਿਆਰੀ ਕਦੇ ਖਤਮ ਨਹੀਂ ਹੁੰਦੀ। ਜਦੋਂ ਅਸੀਂ ਪਿੱਛੇ ਵੀ ਇੱਕ ਦੋ ਜਗ੍ਹਾ ਨਾਕੇ ਤੋੜੇ ਤੇ ਉੱਥੇ ਵੀ ਇਦਾਂ ਦੀ ਹਰਕਤ ਕੀਤੀ ਹੈ। ਸੋ ਲੋਕ ਇਨਸਾਫ ਪਾਰਟੀ ਦੇਸ਼ ਦੀ ਮਜ਼ਬੂਤੀ ਵਾਸਤੇ ਕੰਮ ਕਰਦੀ ਹੈ। ਲੋਕ ਇਨਸਾਫ ਪਾਰਟੀ ਫੈਡਰਲਿਜ਼ਮ ਦੇ ਵਿੱਚ ਵਿਸ਼ਵਾਸ ਰੱਖਦੀ ਹੈ। ਸਾਡਾ ਸੰਘੀ ਢਾਂਚਾ ਮੁਲਕ ਗਣਰਾਜ, ਗਣਾਂ ਦਾ ਰਾਜ, ਇਕਜੁੱਟਤਾ, ਅਨੇਕਤਾ ਦੇ ਵਿੱਚ, ਏਕਤਾ ਦੀ ਲੜੀ ਦੇ ਵਿੱਚ ਪਰੋਇਆ ਰਵੇ। ਅਸੀਂ ਉਸ ਗੱਲ ਦੇ ਮੁਦਈ ਹੈਗੇ ਆ। ਮੈਂ ਕਹਿ ਕੇ ਹਟਿਆ ਕਿ ਜਿਹੜੇ ਸ਼ਰਾਰਤੀ ਅੰਸਰ ਜਾਂ ਪ੍ਰੋਜੈਕਟਡ ਬਾਈ ਗਵਰਨਮੈਂਟਸ, ਖੱਟਰ ਦੀ ਸਰਕਾਰ, ਕੇਂਦਰ ਦੀ ਸਰਕਾਰ ਆਪਣੇ ਫੀਲੇ ਛੱਡੇ ਹੋਇਆ ਕੁਝ ਵੀ ਬੋਲਦੇ ਆ, ਪਰ ਇਹਨਾਂ ਬੋਲੀਆਂ ਹੋਈਆਂ ਗੱਲਾਂ ਸਾਡੇ ਦੁਸ਼ਮਣ ਦੇਸ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਾਂ ਉਸ ਦੇਸ਼ ਦੀ ਜੈ-ਜੈਕਾਰ ਕਰਨ ਵਾਲੇ ਲੋਕਾਂ ਦੇ ਚਿਹਰੇ ਬੇਨਕਾਬ ਆ। ਇਹ ਖੱਟਰ ਤੇ ਕੇਂਦਰ ਸਰਕਾਰ ਦੇ ਛੱਡੇ ਹੋਏ ਤੰਤਰ ਹੈਗੇ ਆ, ਇਸ ਤੋਂ ਇਲਾਵਾ ਕੁਝ ਵੀ ਨਹੀਂ। ਤੁਸੀਂ ਉਹਨਾਂ ਨੂੰ ਰੋਕਿਆ ਨਹੀਂ ਜਦੋਂ ਨਾਰੇ ਲਾ ਰਹੇ ਸੀਗੇ? ਤੁਸੀਂ ਉੱਥੇ ਹੀ ਮੌਜੂਦ ਸੀ? ਮੈਂ ਮੀਡੀਆ ਨਾਲ ਗੱਲ ਕਰ ਰਿਹਾ ਸੀ। ਮੈਂ ਤਾਂ ਆਪਣੇ ਦੋਸਤਾਂ ਨੂੰ ਪਹਿਲਾਂ ਕਹਿ ਕੇ ਹਟਿਆ ਵੀ ਇਹ ਜਿਹੜੇ ਲੋਕ ਬਕਵਾਸ ਕਰ ਰਹੇ ਆ, ਇਸ ਕਿਸਮ ਦੀ ਘਟੀਆ ਕਿਸਮ ਦੀ ਦੇਸ਼ ਨੂੰ ਤੋੜਨ ਵਾਲੀ ਗੱਲ, ਮੈਂ ਪਹਿਲਾਂ ਇਹ ਗੱਲ ਤੁਹਾਨੂੰ ਨਾਲ ਖੁਲਾਸਾ ਕੀਤਾ ਵੀ ਲੋਕ ਇਨਸਾਫ ਪਾਰਟੀ ਦੇਸ਼ ਦੀ ਏਕਤਾ ਦੀ ਮਦਈ ਆ, ਸੰਘੀ ਢਾਂਚੇ ਦੀ ਮਦਈ ਆ, ਫੈਡਰਲਿਜ਼ਮ ਦੀ ਮਦਈ ਆ। ਦੇਸ਼ ਦੇ ਦੁਸ਼ਮਣ ਲੋਕਾਂ ਦੇ ਜੈ-ਜੈਕਾਰ ਕਰਨ ਵਾਲੇ ਜਿਹੜੇ ਉਹ ਸਰਕਾਰੀ ਤੰਤਰ, ਸਰਕਾਰਾਂ ਦੇ ਛੱਡੇ ਹੋਏ ਏਜੰਟ ਹੈਗੇ ਆ। ਐਂਡ ਸਮਾਂ ਆਉਣ ਤੇ ਅਸੀਂ ਉਹਨਾਂ ਦੇ ਅੱਗੇ ਤੋਂ ਇਸ ਗੱਲ ਦਾ ਪੂਰਨ ਖਿਆਲ, ਉਹਨਾਂ ਦੇ ਚਿਹਰੇ ਵੀ ਬੇਨਕਾਬ ਕਰਦੇ ਆਂਗੇ। ਬੈਂਸ ਸਾਹਿਬ, ਇੱਕ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਲਗਾਤਾ ਗਿਆ ਐਸਜੀਪੀਸੀ। ਦੇਖੋ, ਇਹ ਅਕਾਲੀ ਦਲ ਬਾਦਲ ਜੀ ਦੇ ਥੱਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੀ ਹੱਥ ਠੋਕਾ ਏਜੰਸੀ, ਘਰ ਦੀ ਏਜੰਸੀ ਬਣੀ ਹੋਈ ਆ। ਕਿਸੇ ਨੂੰ ਲਾ ਦੇਣ, ਕਿਸੇ ਨੂੰ ਲਾ ਲੈਣ। ਲਿਫਾਫੇ 'ਚੋਂ ਨਿਕਲਿਆ ਹੈ ਜਥੇਦਾਰ ਤੇ ਲਿਫਾਫੇ 'ਚੋਂ ਨਿਕਲੇ ਹੋਏ ਪ੍ਰਧਾਨ ਲੱਗਣਗੇ ਤੇ ਉਹ ਸਿੱਖ ਕੌਮ ਦਾ ਕੀ ਭਲਾ ਕਰ ਦੇਣਗੇ? ਉਹ ਸਿੱਖ ਕੌਮ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਕਿਹੜੀ ਜ਼ਿੰਮੇਵਾਰੀ ਨਿਭਾ ਲੈਣਗੇ? ਮੈਂ ਜਾਤੀ ਤੌਰ ਤੇ ਬੀਬੀ ਤੇ ਕੋਈ ਅਟੈਕ ਨਹੀਂ ਕਰਦਾ, ਪਰ ਉਹਨਾਂ ਦੇ ਕਿਰਦਾਰ ਤੋਂ ਪੂਰੀ ਦੁਨੀਆ ਵਾਕਿਫ ਹੈਗੀ ਹੈ। ਸੋ ਇੱਕ ਇਦਾਂ ਦੇ ਕਿਰਦਾਰ ਵਾਲੇ ਬੰਦੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੁਸੀਂ ਪ੍ਰਧਾਨ ਲਾਓ। ਮੈਂ ਪਹਿਲਾਂ ਕਹਿ ਕੇ ਹਟਿਆ ਕਿ ਉਹਨਾਂ ਦੀ ਮੈਜੋਰਿਟੀ ਹੈਗੀ ਆ, ਮੈਂਬਰ ਉਹਨਾਂ ਦੇ ਜ਼ਿਆਦਾ ਹੈਗੇ ਆ, ਪਰ ਐਟਲੀਸਟ ਘੱਟੋ ਘੱਟ ਤੁਸੀਂ ਕੋਈ ਸਾਫ਼ ਸੁਥਰੇ ਅਕਸ ਵਾਲੇ ਨੂੰ, ਤਾਂ ਜੋ ਉਹ ਆਪਣਾ ਸਾਰਾ ਧਿਆਨ ਕੇਂਦਰਿਤ ਕਰਕੇ, ਜੋ ਸ਼੍ਰੋਮਣੀ ਕਮੇਟੀ ਲੱਖਾਂ ਕੁਰਬਾਨੀਆਂ ਤੋਂ ਬਾਅਦ ਹੋਂਦ ਦੇ ਵਿੱਚ ਆਈ ਆ, ਹੋਂਦ ਦੇ ਵਿੱਚ ਆਉਣ ਦਾ ਕਾਰਨ ਕਿ ਉਹਨੇ ਸਿੱਖ ਕੌਮ ਦਾ ਪ੍ਰਚਾਰ ਤੇ ਪ੍ਰਸਾਰ, ਕਮ ਸੇ ਕਮ ਉਸ ਕਿਸੇ ਸ਼ਖਸੀਅਤ ਨੂੰ ਤਾਂ ਲਾ ਲੈਂਦੇ। ਸੋ ਮੈਂ ਇਹ ਵੀ ਕਾਮਨਾ ਕਰੂੰਗਾ ਕਿ ਬੀਬੀ ਜੀ ਅੱਗੇ ਤੋਂ ਸਿੱਖ ਰਹਿਤ ਮਰਿਆਦਾ ਅਨੁਸਾਰ ਅੱਗੇ ਤੋਂ ਚੰਗੇ ਕੰਮ ਕਰਦੇ ਰਹਿਣ। ਮੇਰੀਆਂ ਇਹ ਭਾਵਨਾਵਾਂ ਉਹਨਾਂ ਵਾਸਤੇ। ਕੀ ਲੱਗਦਾ ਜੀ ਜਿਹੜੇ ਗੁੰਮ ਹੋਏ ਸਰੂਪਾਂ ਨੂੰ ਲੈ ਕੇ ਇਹ ਮਾਮਲਾ ਜਿਹੜਾ ਜਿਸ ਤਰੀਕੇ ਨਾਲ ਬਦਲਿਆ ਗਿਆ? ਸੋ ਬੜਾ ਦੁੱਖ ਤੇ ਅਫਸੋਸ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਖੁਦ ਇਸ ਕਟਹਿਰੇ ਦੇ ਵਿੱਚ ਖੜੀ ਹੈ, ਜਿੱਥੇ ਸੈਂਕੜੇ ਸਰੂਪਾਂ ਦਾ ਲਾਪਤਾ ਹੋ ਜਾਣਾ, ਨਾ ਮਿਲਣਾ, ਤੋਂ ਅੱਜ ਤੱਕ ਸਿੱਖਾਂ ਦੇ ਹਿਰਦੇ ਬਲੂੰਦਰੇ ਗਏ। ਪਹਿਲਾਂ ਬਰਗਾੜੀ ਤੇ ਉਸ ਤੋਂ ਬਾਅਦ ਦੇ ਵਿੱਚ ਸੈਂਕੜੇ ਸਰੂਪਾਂ ਦਾ। ਸੋ ਆਪਾਂ ਉਮੀਦ ਤੇ ਆਸ ਲਾ ਲਈ ਵੀ ਜਗੀਰ ਕੌਰ ਜੀ ਇਹ ਸਾਰਾ ਕਾਂਡ ਸਾਹਮਣੇ ਲਾਉਣਗੇ। ਉਹ ਇਹ ਤਾਂ ਯਤਨ ਕਰਨਗੇ ਕਿ ਇਸ ਮਸਲੇ ਨੂੰ ਦੱਬਿਆ ਕਿਵੇਂ ਜਾਣਾ, ਇਸ ਮਸਲੇ ਦੇ ਉੱਤੇ ਚੰਗੀ ਤਰੀਕੇ ਨਾਲ ਮਿੱਟੀ ਕਿਵੇਂ ਪੈਣੀ ਆ, ਕੋਈ ਚੰਗਾ
ਸਿੱਖ ਬੁੱਧੀਜੀਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲੱਗਦਾ, ਜਿਹਨੂੰ ਸਿੱਖ ਕੌਮ ਦੇ ਦਰਦ ਦਾ, ਸਿੱਖ ਕੌਮ ਦੇ ਬਲੂੰਦਰ ਹੋਏ ਹਿਰਦਿਆਂ ਦਾ ਦਰਦ ਹੁੰਦਾ, ਤੇ ਹੋ ਸਕਦਾ ਸੀ ਇਹ ਸਾਰਾ ਕਾਂਡ ਸਾਹਮਣੇ ਆ ਸਕਦਾ। ਬੀਬੀ ਜਗੀਰ ਕੌਰ ਸਾਹਮਣੇ ਨਹੀਂ, ਇਸ ਨੂੰ ਦੱਬਣ ਦੇ ਵਿੱਚ ਆਪਣਾ ਰੋਲ ਜ਼ਰੂਰ ਅਦਾ ਕਰਨਾ। ਦੇਖੋ, ਵੈਸੇ ਤਾਂ ਇਹ ਕਾਂਗਰਸ ਪਾਰਟੀ ਦੇ ਅੰਦਰੂਨੀ ਮਾਮਲਿਆਂ ਦਾ ਮਸਲਾ ਹੈਗਾ। ਅਸੀਂ ਉਹਦੇ 'ਚ ਕਹਿ ਦਈਏ ਜਾਂ ਤਾਂ ਨਵਜੋਤ ਸਿੱਧੂ ਜੀ ਕਾਂਗਰਸ 'ਚ ਨਾ ਹੋਣ, ਫਿਰ ਤਾਂ ਅਸੀਂ ਉੱਤੇ ਕੋਈ ਟਿੱਪਣੀ ਦੇ ਦਈਏ। ਉਹ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਹੈਗੇ ਆ, ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਮੁੱਖ ਮੰਤਰੀ ਆ। ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਸਿੱਧੂ ਸਾਹਿਬ ਨੂੰ ਉਹ ਦਿਨ ਨਹੀਂ ਭੁੱਲਣੇ ਚਾਹੀਦੇ ਜਦੋਂ ਪੂਰੀ ਪੰਜਾਬ ਦੀ ਕਾਂਗਰਸ ਨੇ ਪਾਣੀ ਪੀ ਪੀ ਕੇ ਗਾਲਾਂ ਕੱਢੀਆਂ, ਉਹਨਾਂ ਨੂੰ ਜਲੀਲ ਕੀਤਾ। ਬਾਕੀ ਕੈਪਟਨ ਸਾਹਿਬ ਮੰਤਰੀ ਬਣਾਉਂਦੇ ਆ, ਡਿਪਟੀ ਸੀਐਮ ਬੁਲਾਉਂਦੇ ਆ, ਇਹ ਉਹਨਾਂ ਦਾ ਅੰਦਰੂਨੀ ਮਸਲਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।